हेलो स्टूडेंट्स, दिस इज डॉक्टर अमित जुनेजा। तो मेरे नाल बैठे ने डॉक्टर रंजोत सिंह, लेक्चरर इकोनॉमिक्स, सरकारी सीनियर सेकेंडरी स्कूल तुंगवाली। मैं हाँ डॉक्टर अमित जुनेजा, सरकारी सीनियर सेकेंडरी स्कूल साबुआना। ਤਾਂ ਇੱਕ ਇਕਨੋਮਿਕਸ ਲੈਕਚਰਰ ਹੋਣ ਦੇ ਨਾਤੇ ਮੇਰੀ ਇਹ ਜ਼ਿੰਮੇਵਾਰੀ ਹੈ ਕਿ ਮੈਂ ਜਿਹੜੇ ਵੀ ਬੱਚੇ ਹੁਣ ਇਕਨੋਮਿਕਸ ਲੈਣ ਜਾ ਰਹੇ ਨੇ ਆਪਣੀ +1 ਦੇ ਵਿੱਚ, ਉਹਨਾਂ ਨੂੰ ਇਕਨੋਮਿਕਸ ਦੇ ਫੀਲਡ ਦੇ ਵਿੱਚ ਜੋ ਅੱਗੇ ਉਹਨਾਂ ਨੂੰ ਮੌਕੇ ਮਿਲਨੇ ਨੇ, ਜੋ ਓਪਰਚੁਨਿਟੀਜ਼ ਉਹਨਾਂ ਨੂੰ ਮਿਲਣੀਆਂ ਨੇ, ਉਹ ਕਿਹੜੇ ਖੇਤਰ ਦੇ ਵਿੱਚ ਜਾ ਸਕਦੇ ਹੈ, ਉਹਨਾਂ ਬਾਰੇ ਉਹਨਾਂ ਨੂੰ ਜਾਣਕਾਰੀ ਦੇਵਾਂ। ਤਾਂ ਅੱਜ ਦਾ ਜਿਹੜਾ ਆਪਣਾ ਲੈਕਚਰ ਰਹੇਗਾ ਉਹ ਇਸੇ ਗੱਲ ਤੇ ਰਹੇਗਾ ਕਿ ਆਪਾਂ ਇਹ ਦੇਖੀਏ ਵੀ ਇਕਨੋਮਿਕਸ ਜਿਹੜੀ ਹੈ ਉਹਦੇ ਵਿੱਚ ਹਾਇਰ ਸਟੱਡੀਜ਼ ਯਾਨੀ ਕਿ ਹੋਰ ਅੱਗੇ ਜਿਹੜੀ ਆਪਾਂ ਪੜ੍ਹਾਈ ਕਰਨੀ ਹੈ ਉਹਦੇ ਵਿੱਚ ਆਪਾਂ ਕਿੱਥੇ ਜਾ ਸਕਦੇ ਹਾਂ, ਤੇ ਉਸ ਤੋਂ ਬਾਅਦ ਆਪਾਂ ਨੂੰ ਉਹ ਪੜ੍ਹਾਈ ਕਰਕੇ ਕਿਹੜੀਆਂ ਓਪਰਚੁਨਿਟੀਜ਼, ਕਿਹੜੇ ਮੌਕੇ ਮਿਲਣਗੇ ਆਪਣੀ ਨੌਕਰੀ ਦੇ ਵਿੱਚ। ਕਿਉਂਕਿ बेटा देखो, जो कुछ भी है अखीर ते जिहड़ी नौकरी है वो बहुत मायने रखती है। अगर जिहड़ा सब्जैक्ट आपां पढ़दे हां, अगर कल नूं आपां नूं नौकरी ही नहीं दवा पाया तो उस सब्जैक्ट नूं पढ़न दा कोई फायदा नहीं है। ਤਾਂ ਅੱਜ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਗੱਲ ਆਪਣੀ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਕਰਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਇਕਨੋਮਿਕਸ ਬਾਰੇ ਥੋੜੀ ਜੀ ਬੇਸਿਕ ਜਾਣਕਾਰੀ ਜਿਹੜੀ ਹੈ ਉਹ ਲੈਂਦੇ ਆ। ਤਾਂ ਦੇਖੋ ਬੱਚੇ ਜਿਹੜੇ ਵੀ +1 ਦੇ ਵਿੱਚ ਇਸ ਵਾਰੀ ਐਡਮਿਸ਼ਨ ਲੈ ਰਹੇ ਹੈ, ਉਹਨਾਂ ਵਾਸਤੇ ਮੈਂ ਇਹ ਦੱਸਣਾ ਜ਼ਰੂਰੀ ਸਮਝੂੰਗਾ ਕਿ ਉਹਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਟੋਟਲ ਆਰਟਸ ਦੇ ਵਿੱਚ ਜਿਹੜਾ ਹੈ ਉਹਨਾਂ ਨੇ ਟੋਟਲ 7 ਸਬਜੈਕਟ ਜਿਹੜੇ ਨੇ ਉਹ ਲੈਣੇ ਹੁੰਦੇ ਨੇ। 7 ਸਬਜੈਕਟ ਦੇ ਵਿੱਚੋਂ ਜਿਹੜੇ 4 ਸਬਜੈਕਟ ਨੇ ਉਹ ਉਹਨਾਂ ਦੇ ਕੰਪਲਸਰੀ ਹੁੰਦੇ ਆ, ਜਿੰਦੇ ਵਿੱਚ ਅਸੀਂ ਜਨਰਲ ਪੰਜਾਬੀ, ਜਨਰਲ ਇੰਗਲਿਸ਼ ਯਾਨੀ ਜਿਹਨੂੰ ਆਪਾਂ ਲਾਜ਼ਮੀ ਪੰਜਾਬੀ, ਲਾਜ਼ਮੀ ਅੰਗਰੇਜ਼ੀ ਕਹਿੰਦੇ ਆ, ਇੱਕ ਕੰਪਿਊਟਰ ਸਾਇੰਸ ਤੇ ਇੱਕ ਵਾਤਾਵਰਣ ਸਿੱਖਿਆ। ਇਹ 4 ਸਬਜੈਕਟ ਜਿਹੜੇ ਹੈ ਇਹ ਉਹਨਾਂ ਦੇ ਕੰਪਲਸਰੀ ਹੁੰਦੇ ਆ। ਯਾਨੀ ਤੁਸੀਂ ਭਾਵੇਂ ਕਾਮਰਸ ਲਓ, ਭਾਵੇਂ ਤੁਸੀਂ ਮੈਡੀਕਲ, ਨਾਨ ਮੈਡੀਕਲ, ਆਰਟਸ, ਇੰਟਰ ਆਰਟਸ ਜੋ ਮਰਜ਼ੀ ਲੈ ਲਓ, ਇਹ 4 ਸਬਜੈਕਟ ਦਾ ਤੁਸੀਂ ਪੜ੍ਹਨੇ ਹੀ ਹੁੰਦੇ ਆ। ਇਸ ਤੋਂ ਬਾਅਦ ਜਿਹੜੇ ਆਰਟਸ ਵਾਲੇ ਬੱਚੇ ਹੈ ਉਹਨਾਂ ਨੇ 3 ਸਬਜੈਕਟ ਜਿਹੜੇ ਆ ਉਹ ਹੋਰ ਲੈਣੇ ਹੁੰਦੇ ਆ। ਤਾਂ ਮੈਂ ਇਹ ਚਾਹੁੰਦਾ ਵੀ ਤੁਸੀਂ ਜਿਹੜਾ ਹੈ ਉਹ ਆਪਣੇ ਉਹ ਤੀਜੇ ਸਬਜੈਕਟ ਜਿਹੜਾ ਲੈਣਾ ਹੈ ਉਹਦੇ ਚੋਂ ਇਕਨੋਮਿਕਸ ਨੂੰ ਐਜ਼ ਅ ਸਬਜੈਕਟ ਜਿਹੜਾ ਹੈ ਉਹ ਤੁਸੀਂ ਚੂਜ਼ ਕਰੋ। ਕਿਉਂਕਿ ਜਿਹੜਾ ਸਾਡਾ ਇਕਨੋਮਿਕਸ ਸਬਜੈਕਟ ਹੈ ਉਹ ਇੱਕ ਅਜਿਹਾ ਸਬਜੈਕਟ ਹੈ ਜੋ ਭਵਿੱਖ ਵਿੱਚ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਜੌਬ ਓਪਰਚੁਨਿਟੀਜ਼ ਨੇ ਉਹ ਤੁਹਾਨੂੰ ਪ੍ਰਦਾਨ ਕਰਵਾਏਗਾ। ਤਾਂ ਹੁਣ ਇਕਨੋਮਿਕਸ ਦੇ ਵਿੱਚ ਆਪਾਂ ਨੂੰ ਕਿਹੜੀਆਂ ਨੌਕਰੀ ਦੀਆਂ ਆਪਸ਼ਨਸ ਮਿਲਣਗੀਆਂ, ਆਪਾਂ ਕਿਹੜੇ ਖੇਤਰਾਂ ਦੇ ਵਿੱਚ ਜਾ ਸਕਦੇ ਹਾਂ, ਉਹਨਾਂ ਦੇ ਬਾਰੇ ਆਪਾਂ ਆਪਣੀਆਂ ਅਗਲੀਆਂ ਸਲਾਈਡ ਦੇ ਵਿੱਚ ਜਿਹੜੀ ਹੈ ਉਹ ਜਾਣਕਾਰੀ ਲਵਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਇਹ ਦੇਖਦੇ ਹਾਂ ਵੀ ਜਿਹੜੇ ਬੱਚੇ ਆਪਣੀ +1 ਤੇ +2 ਦੇ ਵਿੱਚ ਇਕਨੋਮਿਕਸ ਪੜ੍ਹਨਗੇ ਉਹ ਉਸ ਤੋਂ ਬਾਅਦ ਹਾਇਰ ਸਟੱਡੀਜ਼ ਯਾਨੀ ਕਿ ਆਪਣੀ ਵੱਡੀਆਂ ਕਲਾਸਾਂ ਦੀ ਪੜ੍ਹਾਈ ਜਿਹੜੀ ਉਹਨਾਂ ਨੇ ਕਰਨੀ ਹੈ ਉਹਦੇ ਵਿੱਚ ਉਹ ਕੀ ਕਰ ਸਕਦੇ ਨੇ। ਤਾਂ ਇਹ ਸਾਰੇ ਆਪਸ਼ਨਸ ਜਿਹੜੇ ਨੇ ਉਹ ਤੁਹਾਡੇ ਸਾਹਮਣੇ ਅਸੀਂ ਲਿਖੇ ਹੈ। ਸਭ ਤੋਂ ਪਹਿਲਾਂ ਉਹ ਬੈਚਲਰ ਆਫ ਆਰਟਸ ਇਨ ਇਕਨੋਮਿਕਸ ਯਾਨੀ ਕਿ BA ਇਕਨੋਮਿਕਸ ਦੇ ਵਿੱਚ ਉਹ ਕਰ ਸਕਦੇ ਨੇ। ਇਕਨੋਮਿਕਸ ਦੇ ਵਿੱਚ ਨਾ ਆਪਾਂ ਨੂੰ ਇਹੀ ਕਿਹਾ ਜਾਂਦਾ ਹੈ ਕਿ ਤੁਸੀਂ BA ਹੀ ਕਰ ਸਕਦੇ ਹੋ, ਪਰ ਅਗਰ ਆਪਾਂ ਆਪਣੀ ਦੂਸਰੀ ਆਪਸ਼ਨ ਦੇਖੀਏ ਤਾਂ ਉਹਦੇ ਤੁਸੀਂ ਇਕਨੋਮਿਕਸ ਦੇ ਵਿੱਚ BSc ਵੀ ਕਰ ਸਕਦੇ ਹੋ। ਤਾਂ ਅੱਗੇ BA ਇਨ ਬਿਜ਼ਨਸ ਇਕਨੋਮਿਕਸ ਕਰ ਸਕਦੇ ਹੋ, BA ਜਿਹੜੀ ਹੈ ਅਪਲਾਈਡ ਇਕਨੋਮਿਕਸ ਦੇ ਵਿੱਚ ਕਰ ਸਕਦੇ ਹੋ, BA ਆਨਰਸ ਕਰ ਸਕਦੇ ਹੋ ਇਕਨੋਮਿਕਸ ਦੇ ਵਿੱਚ, BSc ਆਨਰਸ ਇਕਨੋਮਿਕਸ ਹੋ ਸਕਦੀ ਹੈ। ਇਹ ਤਾਂ ਸਾਰੇ ਸੀ ਜਿਹੜੇ ਆਪਣੇ BA ਦੇ ਕੋਰਸ ਰਹਿਣਗੇ, ਯਾਨੀ ਕਿ ਇਹ ਜਿਹੇ ਕੋਰਸ ਜਿਹੜੇ ਆਪਾਂ ਆਪਣੀ ਗ੍ਰੈਜੂਏਸ਼ਨ ਦੇ ਲੈਵਲ ਤੇ ਕਰਾਂਗੇ। ਜਿਹੜੇ ਬੱਚੇ ਇਹ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਿਹੜਾ ਉਹ ਆਦੀ ਪੋਸਟ ਗ੍ਰੈਜੂਏਸ਼ਨ ਕਰਨਾ ਚਾਹੁੰਦੇ ਆ ਤਾਂ ਇਹ ਕਿਹਾ ਜਾਂਦਾ ਹੈ ਕਿ ਆਪਾਂ ਨਾ ਇਕਨੋਮਿਕਸ ਸਿਰਫ MA ਇਕਨੋਮਿਕਸ ਹੀ ਕਰ ਸਕਦੇ ਹਾਂ। MA ਇਕਨੋਮਿਕਸ ਨਹੀਂ, ਆਪਾਂ ਜਿਹੜੇ ਬੱਚੇ +1 ਤੇ +2 ਦੇ ਵਿੱਚ ਇਕਨੋਮਿਕਸ ਲੈਂਦੇ ਹੈ ਉਹ MA ਇਕਨੋਮਿਕਸ ਦੇ ਨਾਲ MSc ਸਟੈਟਿਸਟਿਕਸ ਕਰ ਸਕਦੇ ਨੇ, ਮਾਸਟਰ ਆਫ ਆਰਟਸ ਇਨ ਫਾਈਨੈਂਸ਼ੀਅਲ ਇਕਨੋਮਿਕਸ ਕਰ ਸਕਦੇ ਨੇ, ਮਾਸਟਰ ਆਫ ਆਰਟਸ ਇਨ ਬਿਜ਼ਨਸ ਇਕਨੋਮਿਕਸ ਕਰ ਸਕਦੇ ਨੇ, ਮਾਸਟਰ ਆਫ ਆਰਟਸ in econometrics ਕਰ ਸਕਦੇ ਨੇ, ਮਾਸਟਰ ਆਫ ਆਰਟਸ ਇਨ ਅਪਲਾਈਡ ਇਕਨੋਮਿਕਸ ਕਰ ਸਕਦੇ ਨੇ, ਮਾਸਟਰ ਆਫ ਸਾਇੰਸ ਇਨ ਇਕਨੋਮਿਕਸ ਕਰ ਸਕਦੇ ਨੇ, MBA ਕਰ ਸਕਦੇ ਨੇ, ਮਾਸਟਰ ਆਫ ਫਿਲਾਸਫੀ ਯਾਨੀ ਕਿ MPhil ਕਰ ਸਕਦੇ ਨੇ ਇਕਨੋਮਿਕਸ ਦੇ ਵਿੱਚ, PhD ਕਰ ਸਕਦੇ ਹੈ ਇਕਨੋਮਿਕਸ ਦੇ ਵਿੱਚ ਤੇ PhD ਇਕਨੋਮੈਟ੍ਰਿਕਸ ਚ ਕਰ ਸਕਦੇ ਹੈ। ਜਿਹੜੇ ਬੱਚੇ PhD ਤੱਕ ਦੀ ਪੜ੍ਹਾਈ ਕਰਨਗੇ ਤਾਂ ਜੋ PhD ਕਰ ਲੈਂਦੇ ਹੈ ਉਹਨਾਂ ਦੇ ਨਾਮ ਦੇ ਨਾਲ ਡਾਕਟਰ ਦੀ ਡਿਗਰੀ ਲੱਗਦੀ ਹੈ।
ਜਿਵੇਂ ਕਿ ਤੁਸੀਂ ਮੇਰੇ ਨਾਮ ਦੇ ਨਾਲ ਪਹਿਲੀ ਸਲਾਈਡ ਦੇ ਵਿੱਚ ਦੇਖਿਆ ਹੋਵੇਗਾ ਤੇ ਰਣਜੋਤ ਜੀ ਦੇ ਨਾਮ ਦੇ ਨਾਲ ਦੇਖਿਆ ਹੋਵੇਗਾ ਕਿ ਡਾਕਟਰ ਅਮਿਤ ਜੁਨੇਜਾ ਤੇ ਡਾਕਟਰ ਰਣਜੋਤ ਸਿੰਘ। ਇਹਦਾ ਮਤਲਬ ਇਹ ਹੈ ਕਿ ਅਸੀਂ ਦੋਹਾਂ ਨੇ ਹੀ ਜਿਹੜਾ ਹੈ ਉਹ ਇਕਨੋਮਿਕਸ ਦੇ ਵਿੱਚ ਜਿਹੜੀ ਹੈ ਉਹ ਆਪਣੀ PhD ਕੀਤੀ ਹੋਈ ਹੈ, ਤਾਂ ਹੀ ਅਸੀਂ ਆਪਣੇ ਨਾਮ ਦੇ ਨਾਲ ਜਿਹੜਾ ਹੈ ਉਹ ਡਾਕਟਰ ਜਿਹੜਾ ਉਹ ਲਗਾ ਪਾ ਰਹੇ ਹਾਂ। ਤਾਂ ਇਹ ਉਹ ਸਾਰੇ ਕੋਰਸਿਸ ਨੇ ਜਿਹੜੇ ਆਪਾਂ ਇਕਨੋਮਿਕਸ ਦੇ ਵਿੱਚ ਆਪਣੀ ਹਾਇਰ ਸਟੱਡੀਜ਼ ਦੇ ਵਿੱਚ ਕਰ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਹੁਣ ਗੱਲ ਕਰਦੇ ਹਾਂ ਜੌਬ ਦੀ, ਵੀ ਜੇਕਰ ਆਪਾਂ ਇਕਨੋਮਿਕਸ ਨੂੰ ਇੱਕ ਸਬਜੈਕਟ ਦੇ ਤੌਰ ਤੇ ਲੈਂਦੇ ਹਾਂ ਤਾਂ ਉਹਦੇ ਵਾਸਤੇ ਆਪਾਂ ਕਿਹੜੀਆਂ ਜੌਬ ਓਪਰਚੁਨਿਟੀਜ਼ ਲੈ ਸਕਦੇ ਹਾਂ। ਤਾਂ ਸਭ ਤੋਂ ਪਹਿਲੀ ਜੌਬ ਓਪਰਚੁਨਿਟੀ ਜਿਹੜੀ ਹੈ ਉਹ ਇੱਕ ਟੀਚਰ ਦੇ ਤੌਰ ਤੇ ਹੈ, ਕਿਉਂਕਿ ਮੈਂ ਇੱਕ ਟੀਚਰ ਹਾਂ ਤੇ ਮੈਂ ਸਭ ਤੋਂ ਪਹਿਲਾਂ ਅਗਰ ਦੱਸਾਂਗਾ ਤਾਂ ਮੈਂ ਟੀਚਿੰਗ ਬਾਰੇ ਹੀ ਦੱਸਾਂਗਾ। ਤਾਂ ਸਕੂਲ ਪੱਧਰ ਤੇ ਤੁਸੀਂ ਜਿਹੜਾ ਹੈ ਉਹ SS ਦੇ ਟੀਚਰ ਲੱਗ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ BA ਕਰਨੀ ਪਏਗੀ, ਨਾਲ ਤੁਹਾਨੂੰ B.Ed ਦਾ ਕੋਰਸ ਜਿਹੜਾ ਹੈ ਉਹ ਕਰਨਾ ਪਏਗਾ। ਉਸ ਤੋਂ ਬਾਅਦ ਤੁਸੀਂ ਲੈਕਚਰਰ ਬਣ ਸਕਦੇ ਹੋ ਇਕਨੋਮਿਕਸ ਦੇ, ਜਿਵੇਂ ਕਿ ਮੈਂ ਹਾਂ ਤੇ ਰਣਜੋਤ ਜੀ ਨੇ। ਤਾਂ ਜਿਵੇਂ ਮੈਂ ਦੱਸਿਆ ਵੀ ਅਗਰ ਤੁਸੀਂ ਸਕੂਲ ਲੈਵਲ ਤੇ ਅਗਰ SS ਪੜ੍ਹਾਉਣੀ ਹੈ ਤਾਂ ਉਹਦੇ ਵਾਸਤੇ ਤੁਹਾਨੂੰ BA ਤੇ B.Ed ਕਰਨੀ ਪਏਗੀ। ਅਗਰ ਤੁਸੀਂ ਜਿਹੜਾ ਹੈ ਉਹ ਲੈਕਚਰਰ ਬਣਨਾ ਹੈ ਤਾਂ ਤੁਹਾਨੂੰ ਉਹਦੇ ਨਾਲ MA ਜ਼ਰੂਰ ਕਰਨੀ ਪਏਗੀ ਇਕਨੋਮਿਕਸ ਦੇ ਵਿੱਚ। ਕਾਲਜ ਦੀ ਗੱਲ ਕਰੀਏ ਤਾਂ ਤੁਸੀਂ ਉਹਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਲੱਗ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ MA ਦੇ ਨਾਲ ਇੱਕ ਹੋਰ ਪ੍ਰੀਖਿਆ ਹੁੰਦੀ ਹੈ UGC NET, यानी कि यूनिवर्सिटी ग्रांट कमीशन नैशनल एलिजिबिलिटी टेस्ट, ਉਹ ਦੇਣਾ ਪਏਗਾ। ਜਿਹੜੇ ਬੱਚਿਆਂ ਦਾ ਇਹ ਟੈਸਟ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਨੂੰ ਕਾਲਜ ਦੇ ਵਿੱਚ ਜੌਬ ਜਿਹੜੀ ਹੈ ਉਹ ਮਿਲ ਜਾਂਦੀ ਹੈ। ਇਹੀ ਗੱਲ ਜਿਹੜੀ ਹੈ ਉਹ ਯੂਨੀਵਰਸਿਟੀ ਲੈਵਲ ਤੇ ਵੀ ਹੈ, ਉੱਥੇ ਵੀ ਤੁਹਾਨੂੰ ਇਕਨੋਮਿਕਸ ਦਾ ਅਗਰ ਤੁਸੀਂ ਅਸਿਸਟੈਂਟ ਪ੍ਰੋਫੈਸਰ, ਐਸੋਸੀਏਟ ਪ੍ਰੋਫੈਸਰ, ਪ੍ਰੋਫੈਸਰ ਲੱਗਣਾ ਹੈ ਤਾਂ ਤੁਹਾਨੂੰ UGC NET ਦੀ ਪ੍ਰੀਖਿਆ ਦੇ ਨਾਲ PhD ਜਿਹੜੀ ਹੈ ਉਹ ਇਕਨੋਮਿਕਸ ਦੇ ਵਿੱਚ ਕਰਨੀ ਪਏਗੀ। दूसरा ਆਪਾਂ ਇਹ ਗੱਲ ਕਰਦੇ ਆ ਕਿ ਅੱਜ ਕੱਲ ਨਾ ਬੜੇ ਸਾਰੇ ਕੰਪੀਟੀਟਿਵ ਐਗਜ਼ਾਮ ਜਿਹੜੇ ਨੇ ਉਹ ਹੋਣ ਲੱਗ ਪਏ ਨੇ, ਜਿਵੇਂ ਕੋਈ ਬੈਂਕ ਦਾ ਟੈਸਟ ਆ ਜਾਂਦਾ ਹੈ ਜਾਂ ਕੋਈ ਕਲੈਰੀਕਲ ਟੈਸਟ ਜਿਹੜਾ ਹੈ ਉਹ ਆ ਜਾਂਦਾ ਹੈ। ਤਾਂ ਉਹਦੇ ਵਿੱਚ ਦੇਖੋ ਬੇਟਾ, ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਵੀ ਆਪਣੇ 'ਚ ਇੱਕ ਐਪਟੀਟਿਊਡ ਹੋਣਾ ਚਾਹੀਦਾ ਹੈ ਕਿ ਅਸੀਂ ਉਹ ਟੈਸਟ ਜਿਹੜਾ ਹੈ ਉਹ ਕਲੀਅਰ ਕਰ ਸਕਦੇ ਹਾਂ। ਤਾਂ ਜਿਹੜਾ ਇਕਨੋਮਿਕਸ ਵਾਲਾ ਬੱਚਾ ਹੈ ਉਹ ਕੀ ਕਰੇਗਾ, ਅਗਰ ਉਹਨੇ ਇਕਨੋਮਿਕਸ ਪੜ੍ਹੀ ਹੋਈ ਹੈ ਤਾਂ ਉਹ ਕਿਉਂਕਿ ਬੜੀਆਂ ਸਾਰੀਆਂ ਜਿਹੜੀਆਂ ਨੇ ਅਰਥ ਵਿਵਸਥਾਵਾਂ ਬਾਰੇ ਪੜ੍ਹੇਗਾ, ਜਿਹੜੀਆਂ ਆਰਥਿਕ ਕਿਰਿਆਵਾਂ ਨੇ ਉਹਦੇ ਬਾਰੇ ਪੜ੍ਹੇਗਾ, ਦੇਸ਼ ਬਾਰੇ ਪੜ੍ਹੇਗਾ। ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੜ੍ਹਨ ਦੇ ਨਾਲ ਉਹਦੇ 'ਚ ਆਪਣੇ ਆਪ ਹੀ ਇੱਕ ਤਰ੍ਹਾਂ ਦਾ ਐਪਟੀਟਿਊਡ, ਰੁਝਾਨ ਜਿਹੜਾ ਹੈ ਉਹ ਪੈਦਾ ਹੋ ਜਾਂਦਾ ਹੈ, ਤਾਂ ਕਿ ਉਹ ਬਹੁਤ ਸਾਰੇ ਕੰਪੀਟੀਟਿਵ ਐਗਜ਼ਾਮ ਜਿਹੜੇ ਨੇ ਉਹ ਕਲੀਅਰ ਕਰ ਸਕੇ। ਇਹ ਜਿਹੜੇ ਕੰਪੀਟੀਟਿਵ ਐਗਜ਼ਾਮ ਹੁੰਦੇ ਆ ਇਹਨਾਂ 'ਚ ਬਹੁਤ ਵੱਡਾ ਹਿੱਸਾ ਜਿਹੜਾ ਹੈ ਉਹ ਇਕਨੋਮਿਕਸ ਦਾ ਆਂਦਾ ਹੈ। ਉਹਦੇ ਨਾਲ ਕੀ ਹੋਏਗਾ, ਬੱਚੇ ਦੇ ਵਿੱਚ ਉਹ ਸਕਿੱਲਸ ਆਣਗੀਆਂ ਤਾਂ ਕਿ ਉਹ ਬਹੁਤ ਸਾਰੇ ਜਿਹੜੇ ਇਹ ਕੰਪੀਟੀਟਿਵ ਐਗਜ਼ਾਮ ਨੇ ਜਿਹੜੇ ਆਪਾਂ ਨੂੰ ਬੜੀ ਜਲਦੀ ਨੌਕਰੀ ਦਿਵਾ ਦਿੰਦੇ ਹੈਗੇ ਆ, ਉਹ ਸਾਰੇ ਕੰਪੀਟੀਟਿਵ ਐਗਜ਼ਾਮ ਨੂੰ ਜਿਹੜਾ ਹੈ ਉਹ ਕਲੀਅਰ ਕਰ ਸਕੇ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਟੀਚਿੰਗ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਬੈਂਕਿੰਗ ਤੇ ਫਾਈਨੈਂਸ਼ੀਅਲ ਸੈਕਟਰ ਜਿਹੜਾ ਹੈ ਉਹਦੀ ਗੱਲ ਕਰ ਸਕਦੇ ਹਾਂ ਕਿ ਬੈਂਕ ਦੇ ਵਿੱਚ ਆਪਾਂ ਨੂੰ ਬੜੀਆਂ ਸਾਰੀਆਂ ਨੌਕਰੀਆਂ ਜਿਹੜੀਆਂ ਨੇ ਉਹ ਮਿਲਦੀਆਂ ਨੇ ਜਿਨ੍ਹਾਂ ਨੇ ਇਕਨੋਮਿਕਸ ਦੇ ਵਿੱਚ ਜਿਹੜੀ ਹੈ ਉਹ ਆਪਣੀ BA ਕੀਤੀ ਹੁੰਦੀ ਆ। ਉਸ ਤੋਂ ਬਾਅਦ ਫਾਈਨੈਂਸ਼ੀਅਲ ਸੈਕਟਰ ਯਾਨੀ ਕਿ ਵਿੱਤੀ ਖੇਤਰ ਦੇ ਵਿੱਚ ਵੀ ਆਪਾਂ ਨੂੰ ਬਹੁਤ ਸਾਰੀਆਂ ਨੌਕਰੀਆਂ ਆਪਣੀ ਉਡੀਕ ਕਰ ਰਹੀਆਂ ਨੇ ਕਿ ਆਪਾਂ ਇਕਨੋਮਿਕਸ ਪੜ੍ਹ ਕੇ ਇਹ ਸਾਰੀਆਂ ਨੌਕਰੀਆਂ ਜਿਹੜੀਆਂ ਨੇ ਇਹਨਾਂ ਨੂੰ ਪ੍ਰਾਪਤ ਕਰ ਸਕੀਏ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਿਵਲ ਸਰਵਿਸਿਜ਼ ਐਗਜ਼ਾਮ ਦੀ। ਸਧਾਰਨ ਭਾਸ਼ਾ 'ਚ ਗੱਲ ਕਰੀਏ ਤਾਂ ਜਿਹੜੇ IAS ਲੱਗਦੇ ਹੈ ਜਾਂ ਜਿਹਨੂੰ ਆਪਾਂ DC ਕਹਿੰਦੇ ਹਾਂ ਉਹ ਲੱਗਦੇ ਹੈ, ਤਾਂ ਉਹਨਾਂ ਪੇਪਰਾਂ ਦੇ ਵਿੱਚ ਜਿਹੜਾ ਹੈ ਇਕਨੋਮਿਕਸ ਜਿਹੜੀ ਹੈ ਉਹ ਆਪਣੀ ਬਹੁਤ ਮਦਦ ਕਰਦੀ ਹੈ, ਕਿਉਂਕਿ ਜਿਹੜਾ ਹੁਣ ਨਵਾਂ ਸਿਲੇਬਸ ਬਣਿਆ ਹੈ ਇੱਕ ਸਿਵਲ ਸਰਵਿਸਿਜ਼ ਦਾ, ਉਹਦਾ ਬਹੁਤ ਵੱਡਾ ਹਿੱਸਾ ਸਿਲੇਬਸ ਦਾ ਜਿਹੜਾ ਹੈ ਉਹ ਇਕਨੋਮਿਕਸ ਨਾਲ ਸੰਬੰਧ ਰੱਖਦਾ ਹੈ। ਤਾਂ ਜਿਹੜੇ ਬੱਚਿਆਂ ਨੇ ਇਕਨੋਮਿਕਸ ਰੱਖੀ ਹੋਊਗੀ ਉਹਨਾਂ ਨੂੰ ਕੱਲ ਨੂੰ ਅਗਰ ਉਹਨਾਂ ਨੇ ਜਿਹੜਾ IAS ਆਫਿਸਰ बनना है, DC बनना है, इंडियन रेवेन्यू सर्विसेज ਦੇ ਵਿੱਚ ਜਾਣਾ ਹੈ, ਉਹਨਾਂ ਨੂੰ ਬਹੁਤ ਸਾਰੇ ਮੌਕੇ ਜਿਹੜੇ ਨੇ ਉਹ ਇੱਥੇ ਉਹਨਾਂ ਨੂੰ ਮਿਲਣਗੇ ਤਾਂ ਕਿ ਉਹ ਆਪਣੀ ਸਿਵਲ ਸਰਵਿਸਿਜ਼ ਐਗਜ਼ਾਮ ਜਿਹੜਾ ਹੈ ਉਹ ਕਲੀਅਰ ਕਰ ਸਕਣ। ਸਿਵਲ ਸਰਵਿਸਿਜ਼ ਤੋਂ ਬਾਅਦ ਅਗਲਾ ਜਿਹੜਾ ਐਗਜ਼ਾਮ ਉਹ ਕਲੀਅਰ ਕਰ ਸਕਦੇ ਨੇ ਉਹ ਹੁੰਦਾ ਹੈ ਇੰਡੀਅਨ ਇਕਨੋਮਿਕ ਸਰਵਿਸਿਜ਼। ਜਿਹੜੇ ਇੰਡੀਅਨ ਇਕਨੋਮਿਕ ਸਰਵਿਸਿਜ਼ ਵਾਲੇ ਹੈ ਇਹਨਾਂ ਦਾ ਕੀ ਕੰਮ ਹੈ, ਅਗਰ ਆਪਾਂ ਆਪਣੀ ਇਸ ਸਲਾਈਡ ਦੇ ਵਿੱਚ ਦੇਖੀਏ ਤਾਂ ਅਗਰ ਆਪਾਂ ਇੰਡੀਅਨ ਇਕਨੋਮਿਕ ਸਰਵਿਸਿਜ਼ ਜਿਹੜੇ 'ਚ ਜਾਣਾ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ MSc ਇਨ ਇਕਨੋਮਿਕਸ ਜਾਂ MA ਇਕਨੋਮਿਕਸ ਜਿਹੜੀ ਹੈ ਕਰਨੀ ਪਏਗੀ। ਉਹਦੇ ਵਾਸਤੇ ਘੱਟ ਤੋਂ ਘੱਟ ਆਪਣੇ ਜਿਹੜੇ ਨੇ 55% ਨੰਬਰ ਜਿਹੜੇ ਆ ਉਹ ਹੋਣੇ ਚਾਹੀਦੇ ਆ। ਇਹ ਜਿਹੇ ਬੱਚੇ ਜਿਨ੍ਹਾਂ ਦੀ ਉਮਰ 21 ਤੋਂ ਲੈ ਕੇ 30 ਸਾਲ ਦੇ ਵਿਚਕਾਰ ਹੈ
ਉਹ ਇਹਨਾਂ 'ਚ ਜਾ ਸਕਦੇ ਹੈ। ਇਹ ਜਿਹੜਾ ਪੇਪਰ ਹੈ ਉਹ UPSC यानी कि यूनियन पब्लिक सर्विस कमीशन ਜਿਹੜਾ ਉਹ ਕੰਡਕਟ ਕਰਵਾਉਂਦਾ ਹੈ। ਇਹ ਕੈਟੇਗਰੀ ਦੀ ਜੌਬ ਹੈ। ਤਾਂ ਇਹ ਜਿਹੜੇ ਲੋਕ IES ਕਲੀਅਰ ਕਰਦੇ ਹੈ ਉਹ ਜਿਹੜੇ ਪਲੈਨਿੰਗ ਕਮਿਸ਼ਨ ਦੇ ਵਿੱਚ यानी कि योजना आयोग ਦੇ ਵਿੱਚ ਜਾ ਸਕਦੇ ਹੈ, ਜਿਹਨੂੰ ਅੱਜਕੱਲ ਆਪਾਂ ਨੀਤੀ ਆਯੋਗ ਕਹਿੰਦੇ ਆ। ਉਸ ਤੋਂ ਬਾਅਦ ਉਹ ਪਲੈਨਿੰਗ ਬੋਰਡ ਦੇ ਵਿੱਚ ਜਾ ਸਕਦੇ ਹੈ, ਮਿਨਿਸਟਰੀ ਆਫ ਇਕਨੋਮਿਕ ਅਫੇਅਰਸ ਦੇ ਵਿੱਚ ਜਾ ਸਕਦੇ ਹੈ, ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜੇਸ਼ਨ ਉਹਨਾਂ 'ਚ ਜਾ ਕੇ ਜਿਹੜਾ ਹੈ ਉਹ ਕੰਮ ਕਰ ਸਕਦੇ ਨੇ। ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੁਸੀਂ ਜੋ ਮੈਂ ਹੁਣੇ ਤੁਹਾਨੂੰ ਪਿੱਛੇ ਨਾਮ ਵੀ ਬੋਲਿਆ ਪਲੈਨਿੰਗ ਕਮਿਸ਼ਨ ਜਿਹਨੂੰ ਆਪਾਂ ਨੀਤੀ ਆਯੋਗ ਕਹਿੰਦੇ ਆ, ਇਹ ਤੁਸੀਂ ਆਪਣੀ +1 ਤੇ +2 ਦੇ ਵਿੱਚ ਇਹਦੇ ਬਾਰੇ ਵੀ ਪੜੋਗੇ ਕਿ ਭਾਰਤ ਜਿਹੜਾ ਹੈ ਉਹ ਬਹੁਤ ਸਾਰੀਆਂ ਆਪਣੀਆਂ ਯੋਜਨਾਵਾਂ ਬਣਾਉਂਦਾ ਹੈ। ਹਾਲੇ ਤੱਕ ਆਪਾਂ 12 ਯੋਜਨਾਵਾਂ ਬਣਾ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਨੀਤੀ ਆਯੋਗ ਦਾ ਕੰਮ ਕਰ ਰਹੇ ਹਾਂ। ਤਾਂ ਇਹ ਸਾਰੇ ਜਿਹੜੀ ਯੋਜਨਾਵਾਂ ਕੌਣ ਬਣਾਉਂਦਾ ਹੈ? ਇਹ ਸਾਰੇ ਜਿਹੜੇ ਇੰਡੀਅਨ ਇਕਨੋਮਿਕ ਸਰਵਿਸਿਜ਼ ਦੇ ਵਿੱਚ ਲੋਕ ਬੈਠੇ ਹੁੰਦੇ ਆ ਉਹੀ ਬਣਾਉਂਦੇ ਆ। ਤਾਂ ਉਹਦੇ ਵਿੱਚ ਇਕਨੋਮਿਕਸ ਵਾਲੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੀ ਹੀ ਮੰਗ ਹੈ। ਉਸ ਤੋਂ ਬਾਅਦ ਹਰ ਇੱਕ ਜਿਹੜੀ ਮਲਟੀਨੈਸ਼ਨਲ ਕੰਪਨੀਆਂ ਨੇ ਜਿਹੜੀਆਂ ਬਹੁਰਾਸ਼ਟਰੀ ਕੰਪਨੀਆਂ ਆਪਾਂ ਕਹਿੰਦੇ ਆ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਰਿਸਰਚਰਸ ਕੰਮ ਕਰਦੇ ਹੈ, ਡਾਟਾ ਐਨਾਲਿਸਟ ਕੰਮ ਕਰਦੇ ਹੈ, ਜਿਨ੍ਹਾਂ ਦਾ ਕੰਮ ਕੀ ਹੈ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਅੰਕੜੇ ਇਹ ਇਕੱਠੇ ਹੁੰਦੇ ਆ ਵੀ ਬਾਜ਼ਾਰ ਦੇ ਵਿੱਚ ਇਹਨਾਂ ਦੀ ਜਿਹੜੇ ਚੀਜ਼ਾਂ ਇਹ ਵੇਚਦੇ ਹੈ ਇਹਨਾਂ ਦੀ ਮੰਗ ਕਿੰਨੀ ਹੈ ਜਾਂ ਇਹਨਾਂ ਨੂੰ ਕਿੰਨੇ ਲਾਭ ਹੁੰਦੇ ਪਏ ਹੈ, ਇਹਨਾਂ ਦਾ ਮੁਕਾਬਲਾ ਕਿਹੜੀਆਂ ਕੰਪਨੀਆਂ ਦੇ ਨਾਲ ਹੈ, ਬਾਜ਼ਾਰ ਦਾ ਕਿੰਨਾ ਹਿੱਸਾ ਇਹ ਵੇਚ ਰਹੇ ਨੇ। ਉਹ ਸਾਰੇ ਕੰਮ ਜਿਹੜੇ ਡਾਟਾ ਨੂੰ ਜਿਹੜਾ ਉਹਦਾ ਵਿਸ਼ਲੇਸ਼ਣ ਕਰਨ ਦਾ ਕੰਮ ਜਿਹੜਾ ਹੈ ਉਹ ਵੀ ਇਕਨੋਮਿਕਸ ਵਾਲੇ ਸਟੂਡੈਂਟ ਹੀ ਕਰਦੇ ਹੈ। ਤਾਂ ਤੁਸੀਂ ਇਹਨਾਂ ਦੇ ਵਿੱਚ ਵੀ ਜਿਹੜਾ ਉਹ ਬੜੀ ਵਧੀਆ ਸੈਲਰੀ ਦੇ ਉੱਪਰ ਜੌਬ ਜਿਹੜੀ ਹੈ ਉਹ ਲੈ ਸਕਦੇ ਹੋ। ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਤੁਸੀਂ ਇਹਦੇ ਇਕਨੋਮਿਕਸ ਲੈ ਕੇ ਕੱਲ ਨੂੰ ਅਗਰ ਤੁਸੀਂ ਲਾਇਰ ਯਾਨੀ ਕਿ ਵਕੀਲ ਬਣਨਾ ਚਾਹੁੰਦੇ ਹੋ ਉਹ ਵੀ ਤੁਸੀਂ ਬਣ ਸਕਦੇ ਹੋ। ਉਹਦੇ ਵਾਸਤੇ ਤੁਹਾਨੂੰ BA LLB ਜਿਹੜਾ ਹੈ ਉਹ ਕਰਨ ਦੀ ਲੋੜ ਹੁੰਦੀ ਹੈ। ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ, ਅੱਜਕੱਲ BA LLB ਦਾ ਇੰਟੈਗ੍ਰੇਟਿਡ ਕੋਰਸ ਵੀ ਹੁੰਦਾ ਹੈ ਵੀ ਬਹੁਤ ਸਾਰੇ ਕਾਲਜਿਸ ਤੇ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਤੁਹਾਨੂੰ BA ਤੇ LLB ਜਿਹੜੀ ਹੈ ਉਹ ਇਕੱਠੇ ਜਿਹੜਾ ਕਰਾ ਦਿੰਦੀਆਂ ਨੇ। ਉਹਦੇ ਵਾਸਤੇ ਆਪਾਂ ਨੂੰ ਇੱਕ ਪੇਪਰ ਜਿਹੜਾ ਕਲੀਅਰ ਕਰਨਾ ਪੈਂਦਾ ਹੈ ਜਿਹਨੂੰ ਆਪਾਂ CLAT ਦਾ ਪੇਪਰ ਜਿਹੜਾ ਉਹ ਕਹਿੰਦੇ ਆ। ਤਾਂ ਇਕਨੋਮਿਕਸ ਜਿਹੜੀ ਹੈ ਉਹ ਇਸ ਪੇਪਰ ਦਾ ਵੀ ਇੱਕ ਬਹੁਤ ਵੱਡਾ ਹਿੱਸਾ ਹੈ। ਤਾਂ ਜਿਹੜੇ ਬੱਚੇ ਜਿਹੜੇ ਨੇ ਉਹ ਇਹ ਪੇਪਰ ਦੇਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਵੀ ਇਕਨੋਮਿਕਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਮਦਦ ਕਰੇਗੀ। ਉਸ ਤੋਂ ਬਾਅਦ ਤੁਸੀਂ ਇਹਨੂੰ ਇੱਕ ਜਰਨਲਿਸਟ ਦੇ ਤੌਰ ਤੇ ਲੈ ਸਕਦੇ ਹੋ। ਨਿਊਜ਼ ਚੈਨਲ ਦੇ ਵਿੱਚ ਤੁਸੀਂ ਜੌਬ ਕਰ ਸਕਦੇ ਹੋ। ਆਪਾਂ ਦੇਖਦੇ ਹਾਂ ਜਿਹੜੇ ਆਪਣੇ ਖਬਰਾਂ ਆਉਂਦੀਆਂ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਨਿਊਜ਼ ਐਂਕਰ ਨੇ ਉਹ ਬਹੁਤ ਸਾਰੇ ਅੰਕੜੇ ਜਿਹੜੇ ਨੇ ਉਹ ਪੇਸ਼ ਕਰਦੇ ਨੇ। ਉਹ ਅੰਕੜਿਆਂ ਨੂੰ ਵਿਸ਼ਲੇਸ਼ਣ ਕਰਨਾ, ਉਹ ਸਾਰਾ ਖਬਰਾਂ ਨੂੰ ਇਕੱਠਾ ਕਰਨਾ, ਉਹਦੇ ਵਿੱਚ ਵੀ ਇਕਨੋਮਿਕਸ ਜਿਹੜੀ ਹੈ ਉਹ ਬਹੁਤ ਕੰਮ ਆਉਂਦੀ ਹੈ। ਇਕਨੋਮਿਕਸ ਲੈ ਕੇ ਤੁਸੀਂ ਬਾਅਦ ਚ ਜਿਹੜਾ ਹੈ ਉਹ ਮਾਸ ਕਮਿਊਨੀਕੇਸ਼ਨ ਦਾ ਕੋਰਸ ਕਰ ਸਕਦੇ ਹੋ, ਜਰਨਲਿਜ਼ਮ ਦਾ ਕੋਰਸ ਕਰ ਸਕਦੇ ਹੋ। ਤਾਂ ਇੱਥੇ ਵੀ ਇਕਨੋਮਿਕਸ ਜਿਹੜੀ ਹੈ ਉਹ ਤੁਹਾਡੀ ਮਦਦ ਕਰੇਗੀ। ਉਸ ਤੋਂ ਬਾਅਦ ਆਪਾਂ ਗੱਲ ਕੀਤੀ ਸੀ ਵੀ ਇਕਨੋਮਿਕਸ ਲੈ ਕੇ ਆਪਾਂ ਇੱਕ ਸਟੈਟਿਸਟਿਕਸ ਦੇ ਰਹੇ ਹੈ ਉਹ MSc ਕਰ ਸਕਦੇ ਹਾਂ। ਤਾਂ ਉਹਦੇ ਨਾਲ ਤੁਸੀਂ ਇੱਕ ਸਟੈਟਿਸਟੀਸ਼ੀਅਨ ਦਾ ਰੋਲ ਅਦਾ ਕਰ ਸਕਦੇ ਹੋ। ਆਪਣੇ ਦੇਸ਼ ਵਾਸਤੇ ਅੰਕੜੇ ਇਕੱਠੇ ਕਰ ਸਕਦੇ ਹੋ, ਉਹਦਾ ਵਿਸ਼ਲੇਸ਼ਣ ਕਰ ਸਕਦੇ ਹੋ। ਆਪਣੇ ਦੇਸ਼ ਦੇ ਪੱਧਰ ਤੇ ਬਹੁਤ ਸਾਰੀਆਂ ਏਜੰਸੀਆਂ ਨੇ ਜਿਹੜੀਆਂ ਕਿ ਅੰਕੜੇ ਇਕੱਠੇ ਕਰਨ ਦਾ ਕੰਮ ਕਰਦੀਆਂ ਨੇ, ਜਿਵੇਂ ਕਿ ਨੈਸ਼ਨਲ ਸੈਂਪਲ ਸਰਵੇ ਆਫਿਸ ਹੈ, ਉਸ ਤੋਂ ਬਾਅਦ ਇੰਡੀਅਨ ਸਟੈਟਿਸਟੀਕਲ ਆਰਗੇਨਾਈਜੇਸ਼ਨ ਹੈ। ਇਹ ਸਾਰੀਆਂ ਜਿਹੜੀਆਂ ਏਜੰਸੀਆਂ ਨੇ ਉਹ ਆਪਣੇ ਦੇਸ਼ ਵਾਸਤੇ ਅੰਕੜੇ ਇਕੱਠੇ ਕਰਦੀਆਂ ਨੇ ਜਿਹਦੇ ਆਧਾਰ ਤੇ ਆਪਣੇ ਦੇਸ਼ ਜਿਹੜਾ ਹੈ ਉਹ ਯੋਜਨਾਵਾਂ ਦਾ ਨਿਰਮਾਣ ਕਰਦਾ ਹੈ। ਤਾਂ ਇਹਨਾਂ ਵਿੱਚ ਜਿਹੜੇ MSc ਸਟੈਟਿਸਟਿਕਸ ਵਾਲੇ ਹੁੰਦੇ ਆ ਉਹਨਾਂ ਦੀ ਬਹੁਤ ਜ਼ਿਆਦਾ ਮੰਗ ਹੈ। ਤਾਂ ਤੁਸੀਂ ਇੱਥੇ ਵੀ ਆਪਣੀ ਜੌਬ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਜੇਕਰ ਤੁਸੀਂ +1 ਤੇ +2 ਦੇ ਵਿੱਚ ਇਕਨੋਮਿਕਸ ਲੈਂਦੇ ਹੋ। ਉਸ ਤੋਂ ਬਾਅਦ ਤੁਸੀਂ ਇੱਕ ਬਿਜ਼ਨਸ ਰਿਪੋਰਟਰ ਬਣ ਸਕਦੇ ਹੋ। ਬਿਜ਼ਨਸ ਰਿਪੋਰਟਰ ਦੇ ਵਿੱਚ ਕੀ ਹੁੰਦਾ ਵੀ ਆਪਣੇ ਕੋਲ ਬਹੁਤ ਸਾਰੇ ਅਖਬਾਰ ਆਉਂਦੇ ਆ, ਜਿਵੇਂ ਤੁਹਾਨੂੰ ਮੈਂ ਦਿਖਾਇਆ ਸਾਹਮਣੇ ਬਿਜ਼ਨਸ ਰਿਪੋਰਟਰ। ਇਸ ਤਰ੍ਹਾਂ ਆਪਣੇ ਕੋਲ ਬਹੁਤ ਸਾਰੇ ਅਖਬਾਰ ਨੇ ਜਿਨ੍ਹਾਂ ਵਿੱਚ ਬਹੁਤ ਸਾਰੇ ਜਿਹੜੇ ਪੱਤਰਕਾਰ ਹੈ ਉਹ ਇਸ ਤਰ੍ਹਾਂ ਦਾ ਕੰਮ ਕਰਦੇ ਹੈ ਜਿਹੜੇ ਕਿ ਬਹੁਤ ਸਾਰੇ ਅੰਕੜੇ ਇਕੱਠੇ ਕਰਦੇ ਆ। ਆਪਾਂ ਰੋਜ਼ ਅਖਬਾਰ ਪੜ੍ਹਦੇ ਆ ਜਿਹਦੇ ਵਿੱਚ ਆਪਾਂ ਦੇਖਦੇ ਆ ਕਿ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਅੰਕੜੇ ਜਿਹੜੇ ਨੇ ਉਹ ਦਿੱਤੇ ਹੁੰਦੇ ਨੇ। ਉਸ ਆਧਾਰ ਤੇ ਜਿਹੜੇ ਆਪਣੇ ਪੱਤਰਕਾਰ ਨੇ ਉਹ ਆਪਣੇ ਵਿਚਾਰ ਪ੍ਰਗਟ ਕਰਦੇ ਨੇ। ਤੁਸੀਂ ਉੱਥੇ ਵੀ ਆਪਣੀ ਬੜੀ ਵਧੀਆ ਜੌਬ, ਬੜੇ ਵਧੀਆ ਅਖਬਾਰ ਦੇ ਵਿੱਚ ਆਪਣੇ ਆਪ ਨੂੰ ਇੱਕ ਨੌਕਰੀ ਜਿਹੜੀ ਹੈ ਉਹ ਦਿਵਾਉਣ ਦੇ ਕਾਬਿਲ ਜਿਹੜਾ ਉਹ ਬਣ ਸਕਦੇ ਹੋ। ਤਾਂ ਇਹਦੇ ਵਿੱਚ ਜਿਹੜਾ ਆਪਾਂ ਮੇਨ ਕੰਮ ਜਿਹੜਾ ਉਹ ਆਪਣਾ ਡਾਟਾ ਇਕੱਠਾ ਕਰਨਾ ਹੁੰਦਾ ਹੈ। ਡਾਟਾ ਦੇ ਆਧਾਰ ਤੇ ਅਖਬਾਰ ਜਿਹੜੇ ਨੇ ਉਹ ਆਪਣੇ ਅੱਗੇ ਖਬਰਾਂ ਜਿਹੜੀਆਂ ਉਹ ਬਣਾਉਂਦੇ ਆ।
ਉਸ ਤੋਂ ਬਾਅਦ ਤੁਸੀਂ ਇੱਕ ਪੋਲੀਟੀਸ਼ੀਅਨ ਦੇ ਤੌਰ ਤੇ ਆਪਣਾ ਕੈਰੀਅਰ ਜਿਹੜਾ ਲਾਗੂ ਕਰ ਸਕਦੇ ਹੋ। ਆਪਾਂ ਦੇਖਦੇ ਹਾਂ ਕਿ ਆਪਣੇ ਜਿਹੜੇ ਮਹਾਨ ਆਪਣੇ ਪ੍ਰਧਾਨ ਮੰਤਰੀ ਰਹੇ ਨੇ ਡਾਕਟਰ ਮਨਮੋਹਨ ਸਿੰਘ, ਉਹ ਇੱਕ ਇਕਨੋਮਿਕਸ ਦੇ ਸਟੂਡੈਂਟ ਸੀ। ਆਪਣੇ ਪੰਜਾਬ ਦੇ ਵਿੱਤ ਮੰਤਰੀ ਜਿਹੜੇ ਨੇ ਮਨਪ੍ਰੀਤ ਸਿੰਘ ਬਾਦਲ ਜੀ, ਉਹ ਵੀ ਇਕਨੋਮਿਕਸ ਦੇ ਸਟੂਡੈਂਟ ਰਹੇ ਹੈ। ਤਾਂ ਆਪਣੇ ਜਿਹੜੇ ਇੱਕ ਪੁਰਾਣੇ ਆਪਣੇ ਐਜੂਕੇਸ਼ਨ ਮਿਨਿਸਟਰ ਡਾਕਟਰ ਉਪਿੰਦਰਜੀਤ ਕੌਰ, ਉਹ ਵੀ ਇਕਨੋਮਿਕਸ ਦੇ ਸਟੂਡੈਂਟ ਰਹੇ ਹੈ। ਤਾਂ ਆਪਣੇ ਬਹੁਤ ਸਾਰੇ ਜਿਹੜੇ ਰਾਜਨੇਤਾ ਨੇ ਉਹ ਵੀ ਇਕਨੋਮਿਕਸ ਦੇ ਦਮ ਤੇ ਹੀ ਜਿਹੜਾ ਹੈ ਇਹ ਸਾਰੀਆਂ ਪਾਲਿਸੀਆਂ, ਇਹ ਸਾਰੇ ਨੀਤੀਆਂ ਜਿਹੜੀਆਂ ਨੇ ਉਹ ਬਣਾ ਰਹੇ ਨੇ। ਤਾਂ ਤੁਸੀਂ ਇੱਕ ਰਾਜਨੇਤਾ ਦੇ ਤੌਰ ਤੇ ਇੱਕ ਜਿਹੜਾ ਆਪਣੇ ਦੇਸ਼ ਨੂੰ ਅੱਗੇ ਵਧਾਉਣ ਦੇ ਵਾਸਤੇ ਵੀ ਤੁਸੀਂ ਜਿਹੜਾ ਹੈ ਉਹ ਕੰਮ ਕਰ ਸਕਦੇ ਹੋ। ਤਾਂ ਇਕਨੋਮਿਕਸ ਜਿਹੜੀ ਹੈ ਉਹ ਤੁਹਾਨੂੰ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਜਿਹੜਾ ਹੈ ਉਹ ਆਪਣੀ ਮਦਦ ਜਿਹੜੀ ਹੈ ਉਹ ਪ੍ਰਦਾਨ ਕਰਵਾਏਗੀ। ਤਾਂ ਮੈਂ ਤੁਹਾਨੂੰ ਉਮੀਦ ਕਰਦਾ ਹਾਂ ਵੀ ਤੁਹਾਨੂੰ ਇਹ ਫੀਲਡ ਜਿਹੜਾ ਹੈ ਬਹੁਤ ਚੰਗਾ ਲੱਗਿਆ ਹੋਊਗਾ। ਇਕਨੋਮਿਕਸ ਜਿਹੜੀ ਹੈ ਇੱਕ ਸਬਜੈਕਟ ਦੇ ਤੌਰ ਤੇ ਤੁਹਾਡੀ ਬਹੁਤ ਮਦਦ ਕਰੇਗੀ। ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਸ ਗੱਲ ਨੂੰ ਸਮਝਦੇ ਹੋਏ ਆਪਣੇ ਇੱਕ ਸਬਜੈਕਟ ਦੇ ਤੌਰ ਤੇ +1 ਦੇ ਵਿੱਚ ਇਕਨੋਮਿਕਸ ਨੂੰ ਜ਼ਰੂਰ ਲਓਗੇ। ਧੰਨਵਾਦ।